हेलो स्टूडेंट्स, ਅੱਜ ਜੋ ਆਪਾਂ ਚੈप्टर ਕਰਨ ਜਾ ਰਹੇ ਹਾਂ ਉਹਦਾ ਨਾਮ ਹੈ ਮੈਗਨੈਟਿਕ ਇਫੈਕਟਸ ਆਫ ਦਾ ਇਲੈਕਟ੍ਰਿਕ ਕਰੰਟ। ਮੈਗਨੈਟਿਕ ਇਫੈਕਟ ਇਲੈਕਟ੍ਰਿਕ ਕਰੰਟ ਦੇ ਕੀ ਹੁੰਦੇ ਨੇ, ਮਤਲਬ ਜਿਵੇਂ ਆਪਾਂ ਦੇਖੀਏ ਤਾਂ ਇਲੈਕਟ੍ਰਿਕ ਕਰੰਟ ਜਿਹੜਾ ਹੈਗਾ, ਆਪਾਂ ਪਿਛਲੇ ਚੈप्टर ਜਿਹੜਾ ਇਲੈਕਟ੍ਰੀਸਿਟੀ ਚੈप्टर ਸੀ ਉਹਦੇ ਵਿੱਚ ਆਪਾਂ ਪੜ੍ਹਿਆ ਸੀ ਉਹਦੇ ਹੀਟਿੰਗ ਇਫੈਕਟ। ਹੁਣ ਆਪਾਂ ਦੇਖਾਂਗੇ ਵੀ ਮੈਗਨੈਟਿਕ ਇਫੈਕਟ ਕੀ ਹੁੰਦੇ ਨੇ। ਠੀਕ ਹੈ, ਤਾਂ ਇਹਦੇ ਵਿੱਚ ਨਾ ਸਭ ਤੋਂ ਪਹਿਲਾਂ ਆਪਾਂ ਦੇਖੀਏ ਵੀ ਜਿਹੜੇ ਮੂਵਿੰਗ ਚਾਰਜਸ ਹੈਗੇ ਨੇ ਜਾਂ ਇਲੈਕਟ੍ਰਿਕ ਕਰੰਟ ਹੈਗਾ ਉਹ ਮੈਗਨੈਟਿਕ ਫੀਲਡ ਜਨਰੇਟ ਕਰਦਾ। ਇਹ ਦੱਸਿਆ ਸੀ ਹੈਂਸ ਕ੍ਰਿਸਚੀਅਨ ਓਸਟਡ ਨੇ। ਓਕੇ, ਇਹ 1777 ਤੋਂ ਲੈ ਕੇ 1851 ਤੱਕ ਰਹੇ ਅਤੇ ਇਹਨਾਂ ਨੇ ਇੱਕ ਐਕਸਪੈਰੀਮੈਂਟ ਕੀਤਾ ਜਿਹਦਾ ਨਾਮ ਸੀਗਾ ਓਸਟਡ ਐਕਸਪੈਰੀਮੈਂਟ। ਠੀਕ ਹੈ, ਅਤੇ ਇਹਨਾਂ ਦੇ ਨਾਮ 'ਤੇ ਹੀ ਮੈਗਨੈਟਿਕ ਫੀਲਡ ਸਟਰੈਂਥ ਦਾ ਜਿਹੜਾ ਯੂਨਿਟ ਬਣਾਇਆ ਗਿਆ ਜਿਹਦਾ ਨਾਮ ਆ ਓਸਟਡ, ਹੈ ਨਾ। ਤਾਂ ਓਸਟਡ ਐਕਸਪੈਰੀਮੈਂਟ ਹੈ ਕੀ ਸੀ? ਠੀਕ ਹੈ, ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਨਾ ਇੱਕ ਸਰਕਟ ਬਣਾ ਲਿਆ। ਓਕੇ, ਜਿਹਦੇ ਵਿੱਚ ਕਾਪਰ ਵਾਇਰ ਜਿਹੜੀ ਹੈਗੀ ਉਹ ਲਾ ਲਈ ਇਹਨੇ। ਠੀਕ ਹੈ, ਅਤੇ ਉਹਦੇ ਵਿੱਚ ਕੀ ਕੀਤਾ, ਉਹਦੇ ਵਿੱਚ ਜਦੋਂ ਇਹਨਾਂ ਨੇ ਇਲੈਕਟ੍ਰਿਕ ਕਰੰਟ ਫਿਰ ਉਹਦੇ ਨਾਲ ਕੀ ਰੱਖ ਲਿਆ ਇਹਨਾਂ ਨੇ ਨਾ, ਇੱਕ ਕੰਪਸ ਨੀਡਲ ਰੱਖ ਲਈ। ਅਤੇ ਜਦੋਂ ਇਹਨਾਂ ਨੇ ਇਲੈਕਟ੍ਰਿਕ ਕਰੰਟ ਉਹਦੇ ਵਿੱਚ ਪਾਸ ਕਰਾਇਆ ਤਾਂ ਇਹਨਾਂ ਨੇ ਦੇਖਿਆ ਜਿਹੜੀ ਕੰਪਸ ਨੀਡਲ ਸੀ ਨਾ ਉਹ ਡਿਫਲੈਕਟ ਹੋ ਰਹੀ ਸੀ। ਓਕੇ, ਇਟ ਗੋਜ਼ ਔਨ ਡਿਫਲੈਕਟਿੰਗ। ਉਹ ਡਿਫਲੈਕਟ ਕਿਉਂ ਹੋ ਰਹੀ ਸੀ? ਤਾਂ ਉਹੀ ਚੀਜ਼ ਇਹਨੇ ਦੇਖਿਆ, ਔਨ ਪਾਸਿੰਗ ਦਾ ਕਰੰਟ ਥਰੂ ਦਾ ਕਾਪਰ ਵਾਇਰ XY in the circuit the compass needle which is placed near the conductor gets deflected if we reverse the direction of the current। ਅੱਛਾ, ਜਦੋਂ ਇਹ ਰਿਵਰਸ ਕਰ ਰਹੀ ਸੀ ਕਰੰਟ ਤਾਂ ਜਿਹੜੀ ਕੰਪਸ ਨੀਡਲ ਸੀਗੀ ਤਾਂ ਉਹਦੀ ਜਿਹੜੀ ਡਾਇਰੈਕਸ਼ਨ ਹੋ ਰਹੀ ਸੀਗੀ ਉਹ ਰਿਵਰਸ ਹੋ ਰਹੀ ਸੀਗੀ। ਅਤੇ ਇੱਦਾਂ ਹੀ ਜੇ ਉਹ ਸਟੋਪ ਕਰ ਰਹੀ ਸੀ ਫਲੋ ਆਫ ਕਰੰਟ ਤਾਂ ਨੀਡਲ ਜਿਹੜੀ ਸੀਗੀ ਉਹ ਕਮਸ ਟੂ ਰੈਸਟ, ਉਹ ਰੈਸਟ ਨੂੰ ਆ ਜਾਂਦੀ ਸੀਗੀ। ਤਾਂ ਕਰਕੇ ਇੱਥੋਂ ਪਤਾ ਲੱਗਿਆ ਆਪਾਂ ਨੂੰ ਵੀ ਜਿਹੜੀ ਇਲੈਕਟ੍ਰੀਸਿਟੀ ਆ ਉਹ ਮੈਗਨੇਟਿਜ਼ਮ ਪੈਦਾ ਕਰਦੀ ਆ ਤਾਂ ਕਿ ਉਹਦਾ ਨੌਰਥ ਪੋਲ ਅਤੇ ਸਾਊਥ ਪੋਲ ਜਿਵੇਂ ਕੰਪਸ ਦੇ ਨੀਡਲ 'ਚ ਸੀਗਾ ਤਾਂ ਉਹਨੂੰ ਉਹ ਅਫੈਕਟ ਕਰ ਰਹੀ ਸੀ। ਹੁਣ ਮੈਗਨੈਟਿਕ ਫੀਲਡ ਕੀ ਹੁੰਦਾ? ਮੈਗਨੈਟਿਕ ਫੀਲਡ ਦਾ ਮਤਲਬ ਇਹ ਆ ਬੱਚੇ ਵੀ ਇਟ ਇਜ਼ ਦਾ ਰੀਜਨ ਸਰਾਊਂਡਿੰਗ ਆ ਮੈਗਨੇਟ। ਮੈਗਨੇਟ ਦੇ ਅਰਾਊਂਡ ਜਿਹੜਾ ਉਹ ਵਾਲਾ ਰੀਜਨ ਇਨ ਵਿਚ ਫੋਰਸ ਆਫ ਮੈਗਨੇਟ ਕੈਨ ਬੀ ਡਿਟੈਕਟਡ, ਜਿੱਥੇ ਮੈਗਨੇਟ ਦੀ ਫੋਰਸ ਡਿਟੈਕਟ ਹੋ ਸਕਦੀ ਆ। ਮਤਲਬ ਜਿੱਥੇ ਤੱਕ ਮੈਗਨੇਟ ਦੀ ਪੁਸ਼ ਹੈਗੀ ਆ ਜਾਂ ਉੱਥੋਂ ਉਹ ਕੀ ਕਰ ਸਕਦਾ, ਅਟਰੈਕਟ ਕਰ ਸਕਦਾ ਚੀਜ਼ਾਂ। ਠੀਕ ਹੈ, ਇਟ ਇਜ਼ ਅ ਵੈਕਟਰ ਕੁਆਂਟਿਟੀ ਕਿਉਂਕਿ ਇਹਦੀ ਡਾਇਰੈਕਸ਼ਨ ਅਤੇ ਮੈਗਨੀਟਿਊਡ ਦੋਨੋਂ ਹੁੰਦੇ ਨੇ। ਕੰਪਸ ਨੀਡਲ ਆਪਾਂ ਨੂੰ ਪਤਾ ਹੀ ਹੈ। ਠੀਕ ਹੈ, ਇਹ ਬਾਰ ਮੈਗਨੇਟ ਹੁੰਦੀ ਹੈ, ਸਮੋਲ ਬਾਰ ਮੈਗਨੇਟ ਹੁੰਦੀ ਇਹਦੇ ਵਿੱਚ, ਅਤੇ ਨੌਰਥ ਦੇ ਇਹ ਆਲਵੇਜ਼ ਨੌਰਥ ਐਂਡ ਇਜ਼ ਪੁਆਇੰਟਿੰਗ ਟੂਵਰਡਸ ਨੌਰਥ ਪੋਲ ਐਂਡ ਸਾਊਥ ਐਂਡ ਇਜ਼ ਆਲਵੇਜ਼ ਪੁਆਇੰਟਿੰਗ ਟੂਵਰਡਸ ਸਾਊਥ ਪੋਲ। ਤਾਂ ਉਹ ਤੋਂ ਬਾਅਦ ਮੈਗਨੈਟਿਕ ਫੀਲਡ ਲਾਈਨਸ ਕੀ ਹੁੰਦੀਆਂ ਨੇ? ਮੈਗਨੈਟਿਕ ਫੀਲਡ ਲਾਈਨਸ ਜਿਹੜੀਆਂ ਹੁੰਦੀਆਂ ਨੇ ਇਹ ਉਹ ਲਾਈਨਸ ਨੇ ਜਿਹੜੀਆਂ ਦੱਸਦੀਆਂ ਨੇ ਵੀ ਮੈਗਨੈਟਿਕ ਫੀਲਡ ਕਿੱਥੇ ਤੱਕ ਹੈਗਾ। ਕਲੀਅਰ, ਮੈਗਨੈਟਿਕ ਫੀਲਡ ਕਿੱਥੋਂ ਤੱਕ ਹੈਗਾ। ਕਲੀਅਰ, ਤਾਂ ਜਿਹੜੀਆਂ ਮੈਗਨੈਟਿਕ ਫੀਲਡ ਲਾਈਨਸ ਹੈਗੀਆਂ ਨੇ ਤਾਂ ਆਪਾਂ ਕਹਿ ਸਕਦੇ ਹਾਂ ਇਜ਼ ਪਾਥ ਅਲੋਂਗ ਵਿੱਚ ਹਿਪੋਥੈਟੀਕਲ ਫਰੀ ਨੌਰਥ ਪੋਲ ਐਂਡ ਟੈਂਡ ਟੂ ਮੂਵ ਟੂਵਰਡਸ ਦਾ ਸਾਊਥ ਪੋਲ। ਨੌਰਥ ਪੋਲ ਤੋਂ ਲੈ ਕੇ ਸਾਊਥ ਪੋਲ ਤੱਕ ਜਦੋਂ ਇਹਦੇ ਆਊਟਸਾਈਡ ਦਾ ਆਪਾਂ ਦੇਖੀਏ ਤਾਂ ਜਿਹੜੇ ਇਹਦੇ ਕਰੈਕਟਰਿਸਟਿਕ ਨੇ ਆਪਾਂ ਪਹਿਲਾਂ ਉਹ ਦੇਖਦੇ ਹਾਂ। ਦੇਖੋ, ਦ ਡਾਇਰੈਕਸ਼ਨ ਆਫ ਦਾ ਮੈਗਨੈਟਿਕ ਫੀਲਡ ਲਾਈਨਸ ਆਊਟਸਾਈਡ ਦਾ ਮੈਗਨੇਟ, ਜਦੋਂ ਆਊਟਸਾਈਡ ਦਾ ਮੈਗਨੇਟ ਹੁੰਦੀ ਹੈ ਨਾ ਇਹ, ਅਤੇ ਨੌਰਥ ਤੋਂ ਸਾਊਥ ਪੋਲ ਇਹਦੀਆਂ ਜਿਹੜੀਆਂ ਮਤਲਬ ਜਿਹੜੇ ਐਰੋਜ਼ ਹੈਗੇ ਨੇ ਉਹ ਦਿਸ ਰਹੇ ਹੋਣੇ ਤੁਹਾਨੂੰ, ਹੈ ਨਾ, ਨੌਰਥ ਟੂ ਸਾਊਥ। ਬਟ ਜਦੋਂ ਆਪਾਂ ਇਹਦੀ ਇਨਰ ਸਾਈਡ 'ਚ ਦੇਖੀਏ ਤਾਂ ਜਿਹੜੀ ਉਹ ਡਾਇਰੈਕਸ਼ਨ ਆ ਉਹ ਸਾਊਥ ਟੂ ਨੌਰਥ ਹੋ ਜਾਂਦੀ ਆ। ਪਹਿਲੀ ਪ੍ਰੋਪਰਟੀ ਇਹਦੀ। ਦੂਜੀ ਪ੍ਰੋਪਰਟੀ ਇਹ ਆ ਵੀ ਜਿਹੜੀਆਂ ਜ਼ਿਆਦਾ ਕਲੋਜ਼ ਨੇ ਨਾ ਉਹ ਲਾਈਨਸ, ਉੱਥੇ ਉਨਾ ਜ਼ਿਆਦਾ ਮੈਗਨੈਟਿਕ ਫੀਲਡ ਹੋਊਗਾ ਅਤੇ ਜਿੰਨੀਆਂ ਦੂਰ ਨੇ ਉਨਾ ਘੱਟ। ਕਲੀਅਰ, ਮਤਲਬ ਕਲੋਜ਼ਨੈਸ ਜਿਹੜੀ ਹੈਗੀ ਆ ਉਹ ਦੱਸਦੀ ਆ ਵੀ ਕਿੰਨਾ ਜ਼ਿਆਦਾ ਮੈਗਨੈਟਿਕ ਫੀਲਡ ਹੈਗਾ। ਨੋ ਟੂ ਲਾਈਨਸ ਜਾਂ ਫੀਲਡ ਲਾਈਨਸ ਵਿਲ ਇੰਟਰਸੈਕਟ। ਦੋਨੋਂ ਜਿਹੜੀਆਂ ਮਤਲਬ ਫੀਲਡ ਲਾਈਨਸ ਜਿਹੜੀਆਂ ਮੈਗਨੈਟਿਕ ਫੀਲਡ ਲਾਈਨਸ ਨੇ ਉਹ ਕਦੇ ਵੀ ਇੰਟਰਸੈਕਟ ਨਹੀਂ ਹੋਣਗੀਆਂ। ਇੱਕ ਗੱਲ ਅੱਗੇ ਗੱਲ ਹੈਗੀ ਮੈਗਨੈਟਿਕ ਫੀਲਡ ਡਿਊ ਟੂ ਦਾ ਕਰੰਟ ਕੈਰਿੰਗ ਕੰਡਕਟਰ। ਹੁਣ ਕਰੰਟ ਕੈਰਿੰਗ ਕੰਡਕਟਰ ਜਿਹੜਾ ਹੈ ਉਹਦੇ ਵਾਸਤੇ ਮੈਗਨੈਟਿਕ ਫੀਲਡ ਕੀ ਆ? ਦ ਐਬਵ ਇਲੈਕਟ੍ਰਿਕ ਸਰਕਟ ਇਨ ਵਿਚ ਦਾ ਕਾਪਰ ਵਾਇਰ ਇਜ਼ ਪਲੇਸਡ ਪੈਰਲਲ ਟੂ ਅ ਕੰਪਸ ਨੀਡਲ। ਹੁਣ ਕੰਪਸ ਨੀਡਲ ਦੇ ਪੈਰਲਲ ਆਪਾਂ ਰੱਖਤਾ ਜਿਵੇਂ ਆਪਾਂ ਪਹਿਲਾਂ ਓਸਟਡ ਦੇ ਐਕਸਪੈਰੀਮੈਂਟ 'ਚ ਦੇਖਿਆ। ਸ਼ੋਜ਼ ਦਾ ਡਿਫਲੈਕਸ਼ਨ ਇਨ ਦਾ ਨੀਡਲ ਗੈਟਸ ਰਿਵਰਸਡ ਵੈਨ ਦ ਡਾਇਰੈਕਸ਼ਨ ਆਫ ਦਾ ਕਰੰਟ ਰਿਵਰਸਡ ਹੈਂਸ ਇਲੈਕਟ੍ਰੀਸਿਟੀ ਐਂਡ ਮੈਗਨੇਟਿਜ਼ਮ ਆਰ ਰਿਲੇਟਡ ਟੂ ਈਚ ਅਦਰ। ਇਹਦੇ ਵਿੱਚ ਇਹੀ ਦੱਸਿਆ ਹੋਇਆ। ਨੈਕਸਟ ਆਪਣੇ ਕੋਲ ਹੈਗਾ ਰਾਈਟ ਹੈਂਡ ਥੰਬ ਰੂਲ। ਰਾਈਟ ਹੈਂਡ ਥੰਬ ਰੂਲ ਬੱਚੇ ਕੀ ਆ? ਮਤਲਬ ਇਹਦੇ ਵਿੱਚ ਇਹ ਆ ਵੀ ਜਿਵੇਂ ਆਪਾਂ ਆਪਣੇ ਰਾਈਟ ਹੈਂਡ ਥੰਬ ਨੂੰ ਨਾ ਉੱਪਰ ਨੂੰ ਚੱਕੇ ਤਾਂ ਆਪਾਂ ਦੇਖੀਏ ਵੀ ਜਿਵੇਂ ਆਪਾਂ ਕੁਛ ਆਪਣੇ ਉਹਦੇ ਵਿੱਚ ਮੁੱਠੀ ਵਿੱਚ ਕੁਛ ਲਿਆ ਹੁੰਦਾ। ਠੀਕ ਹੈ ਨਾ, ਤਾਂ ਜੇ ਦੇਖਾਂਗੇ ਇਹ ਆਪਾਂ ਨੂੰ ਕੀ ਦੱਸਦਾ? ਇਹ ਆਪਾਂ ਨੂੰ ਦੱਸਦਾ ਵੀ ਜਿਹੜਾ ਮੈਗਨੈਟਿਕ ਡਾਇਰੈਕਸ਼ਨ ਆਫ ਮੈਗਨੈਟਿਕ ਫੀਲਡ ਹੈ ਨਾ ਵੀ ਕਿੱਧਰ ਨੂੰ ਆ। ਤਾਂ ਹੋਲਡ ਦਾ ਸਟੇਟ ਵਾਇਰ ਕੈਰਿੰਗ ਕਰੰਟ ਇਨ ਯੋਰ ਰਾਈਟ ਹੈਂਡ ਸੱਚ ਦੈਟ ਥੰਬ ਪੁਆਇੰਟਸ ਟੂਵਰਡ ਦਾ ਡਾਇਰੈਕਸ਼ਨ ਆਫ ਕਰੰਟ।
ਜੇ ਜਿਹੜਾ ਥੰਬ ਆ ਤੁਹਾਡਾ ਉਹ ਉੱਪਰ ਨੂੰ ਮਤਲਬ ਕਰੰਟ ਨੂੰ ਸ਼ੋਅ ਕਰ ਰਿਹਾ ਉਹ, ਦੈਨ ਯੂਅਰ ਫੋਲਡਡ ਫਿਗਰ ਜਿਹੜੀਆਂ ਅਰਾਊਂਡ ਦਾ ਕੰਡਕਟਰ ਹੋਣਗੀਆਂ ਉਹ ਸ਼ੋਅ ਕਰਨਗੀਆਂ ਡਾਇਰੈਕਸ਼ਨ ਕੀ ਆ ਮੈਗਨੈਟਿਕ ਫੀਲਡ ਦੀ। ਠੀਕ ਹੈ ਨਾ, ਇਹਦਾ ਮਤਲਬ ਕੀ ਆ, ਰਾਈਟ ਹੈਂਡ ਥੰਬ ਰੂਲ ਇਜ਼ ਜਸਟ ਟੂ ਸ਼ੋਅ ਦਾ ਡਾਇਰੈਕਸ਼ਨ ਆਫ ਮੈਗਨੈਟਿਕ ਫੀਲਡ। ਓਕੇ, ਵੀ ਜੇ ਆਪਾਂ ਅੰਗੂਠੇ ਨੂੰ ਆਪਾਂ ਇਹ ਸੋਚੀਏ ਵੀ ਉੱਧਰ ਨੂੰ ਕਰੰਟ ਜਾ ਰਿਹਾ ਤਾਂ ਤੁਹਾਡੀਆਂ ਜਿਹੜੀਆਂ ਫੋਲਡਡ ਫਿੰਗਰ ਨੇ ਉਹ ਤੁਹਾਨੂੰ ਦੱਸਦੀਆਂ ਨੇ ਵੀ ਮੈਗਨੈਟਿਕ ਫੀਲਡ ਕਿੱਧਰ ਨੂੰ ਆ। ਕਲੀਅਰ। ਨੈਕਸਟ ਹੈਗਾ ਮੈਗਨੈਟਿਕ ਫੀਲਡ ਡਿਊ ਟੂ ਦਾ ਕਰੰਟ ਥਰੂ ਅ ਸਟ੍ਰੇਟ ਕੰਡਕਟਰ। ਜਿਹੜਾ ਸਟ੍ਰੇਟ ਕੰਡਕਟਰ ਆ ਉਹ ਵੀ ਉਹਦੇ ਵਿੱਚ ਵੀ ਕੀ ਹੈ, ਰਾਈਟ ਹੈਂਡ ਰੂਲ ਹੀ ਚੱਲ ਰਿਹਾ ਹੈਗਾ, ਰਾਈਟ ਹੈਂਡ ਥੰਬ ਰੂਲ ਚੱਲ ਰਿਹਾ ਹੈਗਾ। ਲੈਟ ਕਰੰਟ ਕੈਰਿੰਗ ਕੰਡਕਟਰ ਕੈਨ ਬੀ ਸਸਪੈਂਡਡ ਵਰਟੀਕਲੀ ਐਂਡ ਇਲੈਕਟ੍ਰਿਕ ਕਰੰਟ ਇਜ਼ ਫਲੋਇੰਗ ਫਰੋਮ ਸਾਊਥ ਟੂ ਨੌਰਥ। ਜੇ ਸਾਊਥ ਟੂ ਨੌਰਥ ਜਾ ਰਿਹਾ ਕਰੰਟ, ਦੇਖੋ ਇਨ ਦਿਸ ਕੇਸ ਡਾਇਰੈਕਸ਼ਨ ਆਫ ਦਾ ਮੈਗਨੈਟਿਕ ਫੀਲਡ ਵਿਲ ਬੀ ਆਂਟੀ ਕਲੋਕਵਾਈਜ਼। ਜਿਵੇਂ ਆਪਾਂ ਮੁੱਠੀ ਬੰਦ ਕਰਕੇ ਆਪਾਂ ਦੇਖੀਏ ਤਾਂ ਜੇ ਆਪਾਂ ਸੋਚੀਏ ਵੀ ਕਰੰਟ ਉੱਪਰ ਨੂੰ ਜਾ ਰਿਹਾ ਤਾਂ ਆਪਣਾ ਆਂਟੀ ਕਲੋਕਵਾਈਜ਼ ਹੋਊਗਾ। ਠੀਕ ਹੈ, ਜੇ ਅੰਗੂਠਾ ਨੀਚੇ ਨੂੰ ਕਰਕੇ ਦੇਖੀਏ ਤਾਂ ਕੀ ਹੋ ਜਾਊਗਾ, ਕਰੰਟ ਕਲੋਕਵਾਈਜ਼ ਹੋ ਜਾਊਗਾ। ਬਸ ਦੈਟਸ ਇਟ, ਇਹ ਚੀਜ਼ ਇਹਨੇ ਦੱਸੀ ਹੋਈ ਹੈ। ਮੈਗਨੈਟਿਕ ਫੀਲਡ ਡਿਊ ਟੂ ਦਾ ਕਰੰਟ ਥਰੂ ਦਾ ਸਰਕੂਲਰ ਲੂਪ। ਜੇ ਸਰਕੂਲਰ ਲੂਪ ਦੇ ਵਿੱਚ ਦੇਖੀਏ ਤਾਂ ਐਵਰੀ ਪੁਆਇੰਟ ਔਨ ਦਾ ਵਾਇਰ ਕਰੰਟ ਕੈਰਿੰਗ ਕੰਡਕਟਰ ਗਿਵ ਰਾਈਜ਼ ਟੂ ਦਾ ਮੈਗਨੈਟਿਕ ਫੀਲਡ ਅਪੀਅਰਸ ਐਜ਼ ਅ ਸਟ੍ਰੇਟ ਲਾਈਨ ਐਟ ਦਾ ਸੈਂਟਰ ਆਫ ਲੂਪ। ਸੈਂਟਰ ਆਫ ਲੂਪ ਦੇ ਵਿੱਚ ਨੂੰ ਆਪਾਂ ਦੇਖੀਏ ਤਾਂ ਕੀ ਹੋਊਗਾ, ਮਤਲਬ ਮੈਗਨੈਟਿਕ ਫੀਲਡ ਹੋਊਗਾ। ਬਾਈ ਅਪਲਾਈਂਗ ਰਾਈਟ ਹੈਂਡ ਥੰਬ ਰੂਲ ਵੀ ਕੈਨ ਮਤਲਬ ਦਾ ਵੀ ਕੈਨ ਫਾਈਂਡ ਦਾ ਡਾਇਰੈਕਸ਼ਨ ਆਫ ਮੈਗਨੈਟਿਕ ਫੀਲਡ ਐਵਰੀ ਸੈਕਸ਼ਨ ਆਫ ਦਾ ਵਾਇਰ। ਉਹ ਤੋਂ ਬਾਅਦ ਸੋਲੀਨੋਇਡ ਕੀ ਹੁੰਦੀ ਹੈ ਬੱਚੇ? ਸੋਲੀਨੋਇਡ ਕੀ ਹੁੰਦੀ ਹੈ? ਇੱਕ ਕੋਇਲ ਹੁੰਦੀ ਆ ਜਿਹਦੇ ਵਿੱਚ ਮੈਨੀ ਸਰਕੂਲਰ ਟਰਨਸ ਹੁੰਦੀਆਂ ਨੇ, ਸਰਕੂਲਰ ਟਰਨਸ ਹੁੰਦੀਆਂ ਨੇ ਜਿਹੜੀਆਂ ਕੀ ਕਰਦੀਆਂ ਨੇ, ਇੰਸੂਲੇਟਡ ਕਾਪਰ ਵਾਇਰ ਉਹਦੇ 'ਤੇ ਰੈਪ ਹੋਈ ਹੁੰਦੀ ਹੈ ਅਤੇ ਇਹ ਸ਼ੇਪ ਆਫ ਸਿਲੰਡਰ ਹੁੰਦੀ ਹੈ। ਕਲੀਅਰ। ਤਾਂ ਸੋਲੀਨੋਇਡ ਇੱਕ ਕੋਇਲ ਹੁੰਦੀ ਆ ਜਿਹਦੇ ਉੱਪਰ ਕੀ ਆ, ਇੰਸੂਲੇਟਡ ਕਾਪਰ ਵਾਇਰ ਰੈਪ ਹੋਈ ਹੁੰਦੀ ਆ ਅਤੇ ਇੱਕ ਸਿਲੰਡਰੀਕਲ ਦੀ ਸ਼ੇਪ 'ਚ ਹੁੰਦੀ ਹੈ। ਠੀਕ ਹੈ। ਤਾਂ ਮੈਗਨੈਟਿਕ ਫੀਲਡ ਡਿਊ ਟੂ ਦਾ ਕਰੰਟ ਇਨ ਦਾ ਸੋਲੀਨੋਇਡ, ਇਹਦੇ ਉੱਤੇ ਵੀ ਕੀ ਚੱਲਦਾ ਗਾ, ਰਾਈਟ ਹੈਂਡ ਥੰਬ ਰੂਲ ਚੱਲਦਾ ਬੱਚੇ। ਅਤੇ ਸਟਰੈਂਥ ਕਿਵੇਂ ਆਪਾਂ ਮਤਲਬ ਹੁਣ ਜੇ ਆਪਾਂ ਦੇਖੀਏ, ਜੇ ਆਪਾਂ ਨੂੰ ਕੋਈ ਪੁੱਛੇ ਵੀ ਸੋਲੀਨੋਇਡ ਦੇ ਵਿੱਚ ਸਟਰੈਂਥ, ਮੈਗਨੈਟਿਕ ਫੀਲਡ ਦੀ ਸਟਰੈਂਥ ਕਿਵੇਂ ਦੱਸਾਂਗੇ? ਸਭ ਤੋਂ ਪਹਿਲੀ ਗੱਲ ਤਾਂ ਨੰਬਰ ਆਫ ਟਰਨਸ, ਜਿੰਨੀਆਂ ਜ਼ਿਆਦਾ ਨੰਬਰ ਆਫ ਟਰਨਸ ਉਨਾ ਜ਼ਿਆਦਾ ਮੈਗਨੈਟਿਕ ਫੀਲਡ। ਦੂਸਰੀ ਗੱਲ, ਦੂਜਾ ਪੁਆਇੰਟ, ਜੇ ਸਟਰੈਂਥ ਆਫ ਕਰੰਟ ਇਨ ਦਾ ਸੋਲੀਨੋਇਡ, ਵੀ ਜਿੰਨਾ ਕਰੰਟ ਤੇਜ਼ ਉਨਾ ਹੀ ਜ਼ਿਆਦਾ ਮੈਗਨੈਟਿਕ ਫੀਲਡ। ਠੀਕ ਹੈ। ਹੁਣ ਇਲੈਕਟ੍ਰੋਮੈਗਨੈਟ ਕਿਹੜੇ ਹੁੰਦੇ ਨੇ? ਸਟਰੋਂਗ ਮੈਗਨੈਟਿਕ ਫੀਲਡ ਇਨਸਾਈਡ ਦਾ ਸੋਲੀਨੋਇਡ ਕੈਨ ਬੀ ਯੂਜ਼ ਟੂ ਮੈਗਨੇਟਾਈਜ਼ ਮੈਗਨੈਟਿਕ ਮਟੀਰੀਅਲ ਫॉर ਐਗਜ਼ਾਮਪਲ ਸੌਫਟ ਆਇਰਨ ਵੈਨ ਇਟ ਇਜ਼ ਪਲੇਸਡ ਇਨਸਾਈਡ ਦਾ ਕੋਇਲ। ਜੇ ਕੋਇਲ ਦੇ ਅੰਦਰ ਆਪਾਂ ਉਹ ਰੱਖ ਦਈਏ, ਮਤਲਬ ਆਪਣਾ ਸੌਫਟ ਆਇਰਨ ਰੱਖ ਦਈਏ ਅਤੇ ਜੇ ਆਪਾਂ ਕਰੰਟ ਲੰਘਾਈਏ ਉਹਨੂੰ, ਤਾਂ ਜਿਹੜਾ ਕੋਇਲ ਆ ਉਹ ਇਲੈਕਟ੍ਰੋਮੈਗਨੈਟ ਬਣ ਜੂਗਾ। ਨਹੀਂ ਸੋਰੀ, ਉਹ ਜਿਹੜਾ ਸੌਫਟ ਆਇਰਨ ਆ ਉਹ ਇਲੈਕਟ੍ਰੋਮੈਗਨੈਟ ਬਣ ਜੂਗਾ। ਬਸ ਦੈਟ ਇਜ਼, ਤਾਂ ਕਰਕੇ ਇਹਨੂੰ ਟੈਂਪਰੇਰੀ ਮੈਗਨੈਟ ਨੂੰ ਆਪਾਂ ਕੀ ਕਹਿੰਦੇ ਹੈਗੇ, ਇਲੈਕਟ੍ਰੋਮੈਗਨੈਟ ਕਹਿੰਦੇ ਹਾਂ। ਤਾਂ ਹੁਣ ਪ੍ਰੋਪਰਟੀਜ਼ ਹੈਗੀਆਂ ਨੇ ਮੈਗਨੈਟਿਕ ਫੀਲਡ ਦੀਆਂ। ਤਾਂ ਸਭ ਤੋਂ ਪਹਿਲੀ ਗੱਲ ਵੀ ਜਿਹੜਾ ਮੈਗਨੀਟਿਊਡ ਹੁੰਦਾ ਮੈਗਨੈਟਿਕ ਫੀਲਡ ਦਾ, ਉਹ ਇਨਕਰੀਜ਼ ਕਰੂਗਾ ਇਨ ਇਲੈਕਟ੍ਰਿਕ ਕਰੰਟ ਐਂਡ ਡਿਕਰੀਜ਼ ਕਰੂਗਾ ਵਿਦ ਡਿਕਰੀਜ਼ ਇਨ ਦਾ ਇਲੈਕਟ੍ਰਿਕ ਕਰੰਟ। ਉਹੀ ਗੱਲ ਵੀ ਜਦੋਂ ਇਲੈਕਟ੍ਰਿਕ ਕਰੰਟ ਵਧਾਇਆ ਤਾਂ ਉਹ ਵਧੂਗਾ, ਜਦੋਂ ਘਟਾਇਆ ਤਾਂ ਘਟੂਗਾ। ਮੈਗਨੀਟਿਊਡ ਦਾ ਮੈਗਨੈਟਿਕ ਫੀਲਡ ਇਲੈਕਟ੍ਰਿਕ ਕਰੰਟ ਡਿਕਰੀਜ਼ ਵਿਦ ਦਾ ਇਨਕਰੀਜ਼ ਇਨ ਦਾ ਡਿਸਟੈਂਸ ਐਂਡ ਵਾਈਸ ਵਰਸਾ। ਜੇ ਆਪਾਂ ਡਿਕਰੀਜ਼ ਕਰਤਾ ਤਾਂ ਉਹ ਇਨਕਰੀਜ਼ ਕਰੂਗਾ, ਜੇ ਡਿਸਟੈਂਸ ਡਿਕਰੀਜ਼ ਕਰਤਾ ਉਹ ਇਨਕਰੀਜ਼ ਕਰੂਗਾ, ਜੇ ਇਨਕਰੀਜ਼ ਕਰਤਾ ਉਹ ਡਿਕਰੀਜ਼ ਕਰੂਗਾ। ਬਸ ਦੈਟਸ ਇਟ। ਨਾ ਮੈਗਨੈਟਿਕ ਫੀਲਡ ਲਾਈਨਸ ਆਰ ਆਲਵੇਜ਼ ਪੈਰਲਲ ਟੂ ਈਚ ਅਦਰ, ਹਮੇਸ਼ਾ ਪੈਰਲਲ ਹੋਣਗੀਆਂ ਅਤੇ ਕਦੇ ਵੀ ਇੱਕ ਦੂਜੇ ਨੂੰ ਕੀ ਨਹੀਂ ਕਰਨਗੀਆਂ, ਇਹ ਕੱਟ ਨਹੀਂ ਕਰਨਗੀਆਂ। ਦੈਟਸ ਇਟ। ਅਤੇ ਨੈਕਸਟ ਤੁਹਾਡਾ ਆ ਗਿਆ ਲੈਫਟ ਹੈਂਡ ਫਲੈਮਿੰਗ ਰੂਲ। ਫਲੈਮਿੰਗ ਦਾ ਲੈਫਟ ਹੈਂਡ ਰੂਲ ਕੀ ਦੱਸਦਾ ਆਪਾਂ ਨੂੰ? ਅਕੋਰਡਿੰਗ ਟੂ ਦਿਸ ਰੂਲ ਸਟ੍ਰੈਚ ਥੰਬ, ਹੁਣ ਤੁਸੀਂ ਆਪਣਾ ਇੱਕ ਅੰਗੂਠਾ ਲਓ, ਇੱਕ ਆਪਣੀ ਫੋਰ ਫਿੰਗਰ ਲਓ ਅਤੇ ਇੱਕ ਆਪਣੀ ਮਿਡਲ ਫਿੰਗਰ, ਅਤੇ ਇਹਦੇ ਵਿੱਚ ਕੀ ਕਰੋ, ਇਹਨਾਂ ਨੂੰ ਨਾ ਪੈਰਲਲੀ ਮਤਲਬ ਪਰਪੈਂਡੀਕੂਲਰਲੀ ਮਤਲਬ ਇਹਨਾਂ ਨੂੰ ਕੀ ਕਰ ਲਓ, ਸਟ੍ਰੈਚ ਕਰ ਲਓ। ਜਦੋਂ ਇਹਨੂੰ ਸਟ੍ਰੈਚ ਕਰੋਗੇ ਨਾ ਤੁਸੀਂ ਦੇਖੋਗੇ ਤੁਹਾਡੀ ਜਿਹੜੀ ਫੋਰ ਫਿੰਗਰ ਹੋਊਗੀ ਉਹ ਮੈਗਨੈਟਿਕ ਫੀਲਡ ਲਾਈਨ, ਮੈਗਨੈਟਿਕ ਫੀਲਡ ਨੂੰ ਮਤਲਬ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਦੱਸੂਗੀ, ਅਤੇ ਤੁਹਾਡੀ ਜਿਹੜੀ ਮਿਡਲ ਫਿੰਗਰ ਹੋਊਗੀ ਉਹ ਦੱਸੂਗੀ ਕਰੰਟ। ਠੀਕ ਹੈ। ਜਿਹੜਾ ਥੰਬ ਹੋਊਗਾ ਉਹ ਦੱਸੂਗਾ ਵੀ ਮੋਸ਼ਨ ਕਿੱਧਰ ਨੂੰ ਆ ਅਤੇ ਫੋਰਸ ਕਿੱਧਰ ਨੂੰ ਲੱਗ ਰਹੀ ਹੈ ਕੰਡਕਟਰ ਦੀ। ਠੀਕ ਹੈ। ਅਤੇ ਇਹਦੇ ਉੱਪਰ ਹੀ ਇਲੈਕਟ੍ਰਿਕ ਮੋਟਰ ਦਾ ਜਿਹੜਾ ਪ੍ਰਿੰਸੀਪਲ ਆ ਉਹ ਸੀਗਾ, ਪਰ ਇਲੈਕਟ੍ਰਿਕ ਮੋਟਰ ਇਸ ਵਾਰ ਆਪਾਂ ਨੂੰ ਸਿਲੇਬਸ ਹੈ ਨਹੀਂ, ਦੈਟਸ ਵਾਈ ਆਪਾਂ ਨਹੀਂ ਕਰਦੇ। ਠੀਕ ਹੈ। ਨੈਕਸਟ ਆ ਜਾਓ ਤੁਸੀਂ ਫਲੈਮਿੰਗ ਦੇ ਰਾਈਟ ਹੈਂਡ ਰੂਲ 'ਚ। ਫਲੈਮਿੰਗ ਦਾ ਰਾਈਟ ਹੈਂਡ ਰੂਲ ਕੀ ਕਹਿੰਦਾ ਹੈਗਾ, ਇਹਦੇ ਵਿੱਚ ਕੀ ਕਰਨਾ, ਸਟ੍ਰੈਚ ਕਰੋ ਯੋਰ ਥੰਬ, ਫੋਰ ਫਿੰਗਰ, ਮਿਡਲ ਫਿੰਗਰ ਆਫ ਦਾ ਰਾਈਟ ਹੈਂਡ ਸੋ ਦੈਟ ਦੇ ਆਰ ਪਰਪੈਂਡੀਕੂਲਰ ਟੂ ਈਚ ਅਦਰ। ਦਾ ਫੋਰ ਫਿੰਗਰ, ਇਹਦੇ ਵਿੱਚ ਜਿਹੜੀ ਫੋਰ ਫਿੰਗਰ ਆ ਉਹ ਕੀ ਕਰੂਗੀ, ਉਹ ਡਾਇਰੈਕਸ਼ਨ ਆਫ ਮੈਗਨੈਟਿਕ ਫੀਲਡ ਦੱਸੂਗੀ, ਅਤੇ ਜਿਹੜਾ ਥੰਬ ਆ ਉਹ ਡਾਇਰੈਕਸ਼ਨ ਆਫ ਮੋਸ਼ਨ ਆਫ ਦਾ ਕੰਡਕਟਰ ਐਜ਼ ਯੂਜੂਅਲ, ਅਤੇ ਜਿਹੜਾ ਮਿਡਲ ਫਿੰਗਰ ਜਿਹੜੀ ਹੈਗੀ ਆ ਉਹ ਦੱਸੂਗੀ ਇੰਡਿਊਸਡ ਕਰੰਟ।
ਉਹਦੇ ਵਿੱਚ ਕਰੰਟ ਦੱਸ ਰਹੀ ਸੀ ਨਾ, ਇਹ 'ਚ ਦੱਸੂ ਇੰਡਿਊਸਡ ਕਰੰਟ। ਓਕੇ, ਤਾਂ ਇਹ ਸੀਗਾ ਤੁਹਾਡਾ। ਨੈਕਸਟ ਆ ਗਿਆ ਆਪਣੇ ਕੋਲ ਐਡਵਾਂਟੇਜਸ ਆਫ ਆਲਟਰਨੇਟ ਕਰੰਟ ਓਵਰ ਡਾਇਰੈਕਟ ਕਰੰਟ। ਹੁਣ ਏਸੀ ਕਰੰਟ ਅਤੇ ਡੀਸੀ ਕਰੰਟ, ਇਲੈਕਟ੍ਰਿਕ ਪਾਵਰ ਕੈਨ ਬੀ ਟਰਾਂਸਮਿਟਡ ਟੂ ਅ ਲੌਂਗਰ ਡਿਸਟੈਂਸਿਸ ਵਿਦਾਊਟ ਮੱਚ ਲੋਸ ਆਫ ਐਨਰਜੀ। ਜਿਹੜਾ ਆਲਟਰਨੇਟ ਕਰੰਟ ਹੁੰਦਾ ਨਾ ਬੱਚੇ, ਉਹ ਜਦੋਂ ਟਰਾਂਸਮਿਟ ਹੁੰਦਾ ਜਿੰਨੀ ਮਰਜ਼ੀ ਦੂਰ ਲੈ ਜਾਓ ਉਹਨੂੰ, ਉਹਦਾ ਲੋਸ ਆਫ ਐਨਰਜੀ ਨਹੀਂ ਹੁੰਦੀ ਉਹਦੇ ਵਿੱਚ, ਮਤਲਬ ਉਹਦਾ ਜਿਹੜਾ ਇਲੈਕਟ੍ਰਿਕ ਪਾਵਰ ਆ ਉਹਦੀ ਉਨੀ ਓ ਰਹੂਗੀ, ਠੀਕ ਹੈ। ਅਤੇ ਦੂਸਰਾ ਇਹਦਾ ਜਿਹੜਾ ਬੈਨੀਫਿਟ ਆ ਉਹ ਇਹ ਆ ਵੀ ਕੋਸਟ ਆਫ ਟਰਾਂਸਮਿਸ਼ਨ ਜਿਹੜੀ ਆ ਬਿਲਕੁਲ ਲੋ ਹੁੰਦੀ ਆ। ਤੀਜਾ ਜਿਹੜਾ ਇਹਦਾ ਫਾਇਦਾ ਇਹ ਹੈਗਾ ਵੀ ਇਹ ਨਾ ਹਰ 1/100ਵੇਂ ਸੈਕਿੰਡ ਦੇ ਵਿੱਚ ਇਹ ਆਪਣੀ ਡਾਇਰੈਕਸ਼ਨ ਜਿਹੜੀ ਹੈ ਚੇਂਜ ਕਰ ਲਾਂਦਾ। ਅਤੇ ਏਸੀ ਦੀ ਵੈਸੇ ਆਪਣੀ ਫ੍ਰੀਕੁਐਂਸੀ ਕਿੰਨੀ ਆ, 50 ਹਰਟਜ਼ ਆ, ਇਹ ਤੁਹਾਨੂੰ ਪਤਾ ਹੋਣੀ ਚਾਹੀਦੀ ਹੈਗੀ, ਠੀਕ ਹੈ। ਨੈਕਸਟ ਆ ਗਿਆ ਆਪਣੇ ਡੋਮੈਸਟਿਕ ਇਲੈਕਟ੍ਰਿਕ ਸਰਕਟ ਕਿਵੇਂ ਦੇ ਹੁੰਦੇ ਨੇ। ਜਿਵੇਂ ਆਪਣਾ ਡੋਮੈਸਟਿਕ ਇਲੈਕਟ੍ਰਿਕ ਸਰਕਟ ਆ ਨਾ, ਤੁਹਾਡੀ ਵੋਲਟੇਜ ਜਿਹੜੀ ਹੋਊਗੀ ਆਪਣੇ ਘਰਾਂ ਦੀ ਵੋਲਟੇਜ ਜਿਹੜੀ ਹੈ 220 ਵੋਲਟ ਹੁੰਦੀ ਆ, ਅਤੇ ਜਿਹੜੀ ਫ੍ਰੀਕੁਐਂਸੀ ਆ ਉਹ ਆਪਣੀ 50 ਹਰਟਜ਼ ਹੁੰਦੀ ਹੈ ਬੱਚੇ। ਅਤੇ ਇਹਦੇ ਵਿੱਚ ਨਾ ਆਪਣੇ ਘਰਾਂ ਦੇ ਵਿੱਚ 3 ਵਾਇਰਸ ਹੁੰਦੀਆਂ ਨੇ। ਪਹਿਲੀ ਰੈੱਡ ਹੁੰਦੀ ਆ, ਰੈੱਡ ਇਨਸੂਲੇਸ਼ਨ ਵਾਲੀ ਹੈ ਨਾ, ਉਹਦੇ ਵਿੱਚ ਉਹਨੂੰ ਲਾਈਵ ਵਾਇਰ ਕਹਿੰਦੇ ਨੇ। ਅਤੇ ਜਿਹੜੀ ਬਲੈਕ ਹੁੰਦੀ ਆ ਉਹਨੂੰ ਕਹਿੰਦੇ ਨੇ ਨਿਊਟਰਲ ਵਾਇਰ, ਨੈਗੇਟਿਵ ਹੁੰਦੀ ਆ ਉਹ। ਅਤੇ ਜਿਹੜੀ ਵਾਇਰ ਗਰੀਨ ਹੁੰਦੀ ਆ ਉਹ ਅਰਥ ਵਾਇਰ ਹੁੰਦੀ ਆ ਬੱਚੇ। ਅਤੇ ਜਿਹੜੀ ਅਰਥ ਵਾਇਰ ਹੁੰਦੀ ਆ, ਇਟ ਇਜ਼ ਕਨੈਕਟਡ ਟੂ ਦਾ ਕਾਪਰ ਪਲੇਟ ਡੀਪ ਇਨ ਦਾ ਅਰਥ ਨੀਅਰ ਦਾ ਹਾਊਸ, ਠੀਕ ਹੈ ਨਾ। ਤਾਂ ਦਾ ਮੈਟਲਿਕ ਬੋਡੀ ਆਫ ਦਾ ਅਪਲਾਇੰਸਿਸ ਕਨੈਕਟਡ ਟੂ ਦਾ ਅਰਥ ਵਾਇਰ ਐਜ਼ ਸੇਫਟੀ ਮੇਜਰ, ਵੀ ਸੇਫਟੀ ਮੇਜਰ ਵਾਸਤੇ ਇਹਨਾਂ ਨੂੰ ਕੀ ਕੀਤਾ ਜਾਂਦਾ, ਰੱਖੀ ਜਾਂਦੀ ਹੈ ਉਹ। ਅਤੇ ਅਰਥ ਵਾਇਰ ਪ੍ਰੋਵਾਈਡ ਅ ਲੋਡ ਅਸਿਸਟੈਂਸ ਟੂ ਦਾ ਕਰੰਟ, ਹੈਂਸ ਲੀਕੇਜ ਆਫ ਦਾ ਕਰੰਟ ਇਨ ਦਾ ਮੈਟਲਿਕ ਬੋਡੀ ਆਫ ਦਾ ਅਪਲਾਇੰਸਿਸ ਕੀਪ ਇਟਸ ਪੋਟੈਂਸ਼ੀਅਲ ਇਕੁਅਲ ਟੂ ਦੀ ਅਰਥ, ਦੈਟ ਮੀਨਸ ਜ਼ੀਰੋ ਪੋਟੈਂਸ਼ੀਅਲ ਐਂਡ ਦਾ ਯੂਜ਼ਰ ਇਜ਼ ਸੇਵਡ ਫਰੋਮ ਦਾ ਸੀਵੀਅਰ ਇਲੈਕਟ੍ਰਿਕ ਸ਼ੌਕ। ਵੀ ਇਹਦੇ ਨਾਲ ਇਲੈਕਟ੍ਰਿਕ ਸ਼ੌਕ ਤੋਂ ਆਪਾਂ ਨੂੰ ਬਚਿਆ ਜਾ ਸਕਦਾ ਜੇ ਆਪਾਂ ਇਹ ਕਰਕੇ ਚੱਲਾਂਗੇ। ਹੁਣ ਨੈਕਸਟ ਜਿਹੜਾ ਟੋਪਿਕ ਆ ਉਹ ਹੈਗਾ ਸ਼ਾਰਟ ਸਰਕਟਿੰਗ। ਹੁਣ ਸ਼ਾਰਟ ਸਰਕਟ ਕੀ ਹੁੰਦਾ ਬੱਚੇ, ਡਿਊ ਟੂ ਫਾਲਟ ਇਨ ਦਾ ਅਪਲਾਇੰਸਿਸ ਆਫ ਦਾ ਡੈਮੇਜ ਇਨ ਦਾ ਇਨਸੂਲੇਸ਼ਨ ਆਫ ਦਾ 2 ਵਾਇਰਸ, ਦਾ ਸਰਕਟ ਵਿਲ ਆਫਰ ਜ਼ੀਰੋ ਔਰ ਨੈਗਲੀਜੀਬਲ ਰੈਜ਼ਿਸਟੈਂਸ ਟੂ ਦੀ ਫਲੋ ਆਫ ਕਰੰਟ। ਜਿਵੇਂ ਫਾਲਟ ਆ ਗਿਆ ਕੋਈ, ਮਤਲਬ ਜਿਵੇਂ ਨਾ ਉਹਨਾਂ ਵਿੱਚ ਤਾਰਾਂ ਭਿੜ ਗਈਆਂ ਕੋਈ ਦੋਨੋਂ, ਹੈ ਨਾ, ਤਾਂ ਉਹਦੇ ਨਾਲ ਕੀ ਹੋ ਜਾਂਦਾ, ਤਾਂ ਜਿਹੜਾ ਨਾ ਰਸਿਸਟੈਂਸ ਹੁੰਦਾ, ਜਿਵੇਂ ਆਪਣੇ ਜਿਹੜੇ ਅਪਲਾਇੰਸਿਸ ਹੁੰਦੇ ਨੇ ਰਸਿਸਟ ਕਰਦੇ ਹੁੰਦੇ ਨੇ ਕਰੰਟ ਨੂੰ, ਹੈ ਨਾ, ਉਹ ਰਸਿਸਟੈਂਸ ਜਿਹੜਾ ਹੈ ਉਹ ਖਤਮ ਹੋ ਜਾਂਦਾ, ਨੈਗਲੀਜੀਬਲ ਹੋ ਜਾਂਦਾ, ਜ਼ੀਰੋ ਹੋ ਜਾਂਦਾ, ਅਤੇ ਫਲੋ ਆਫ ਕਰੰਟ ਜ਼ਿਆਦਾ ਆ ਜਾਂਦਾ। ਜੇ ਕਰੰਟ ਜ਼ਿਆਦਾ ਆ ਗਿਆ, ਇਹਦਾ ਮਤਲਬ ਚੀਜ਼ਾਂ ਕੀ ਹੋ ਜਾਣਗੀਆਂ, ਗਰਮ ਹੋ ਜਾਣਗੀਆਂ ਜੂਲਜ਼ ਲਾਅ ਆਫ ਹੀਟਿੰਗ ਇਫੈਕਟ ਨਾਲ, ਅਤੇ ਉਹ ਕੀ ਹੋ ਜਾਣਗੀਆਂ, ਸੜ ਜਾਣਗੀਆਂ, ਖਰਾਬ ਹੋ ਜਾਣਗੀਆਂ, ਠੀਕ ਹੈ। ਐਵੇਂ ਓਵਰਲੋਡਿੰਗ ਹੁੰਦਾ। ਓਵਰਲੋਡਿੰਗ ਕੀ ਆ, ਕੈਨ ਬੀ ਕੌਜ਼ਡ ਬਾਏ ਕਨੈਕਟਿੰਗ ਟੂ ਮੈਨੀ ਅਪਲਾਇੰਸਿਸ। ਇੱਕ ਅਪਲਾਇੰਸ ਨਾਲ ਕਿੰਨੇ ਸੌਕਟ ਨਾਲ ਆਪਾਂ ਕਿੰਨੇ ਅਪਲਾਇੰਸਿਸ ਜੋੜਤੇ, ਉਹ ਸੌਕਟ ਦੇ ਵਿੱਚ ਕੀ ਆਉਂਦਾ ਵੀ ਜ਼ਿਆਦਾ ਪ੍ਰੈਸ਼ਰ ਆ ਜਾਂਦਾ, ਐਕਸੀਡਸ ਦਾ ਬੇਅਰਿੰਗ ਕੈਪੈਸਿਟੀ ਆਫ ਦੈਟ ਵਾਇਰ ਐਂਡ ਇਟ ਵਿਲ ਗੈਟ ਹੀਟਡ ਅਪ। ਜੇ ਉਹ ਹੀਟਡ ਅਪ ਹੋਊਗੀ ਤਾਂ ਉਹਦੇ ਨਾਲ ਕੀ ਹੁੰਦਾ, ਓਵਰਲੋਡਿੰਗ ਹੋ ਜਾਂਦੀ ਆ। ਤਾਂ ਇਹ ਚੀਜ਼ ਕੀ ਹੋ ਜਾਂਦੀ ਹੈ, ਓਵਰਲੋਡਿੰਗ ਨਾਲ ਮਤਲਬ ਆਪਾਂ ਕਹੀਏ ਤੇ ਫਾਲਟ ਆ ਜਾਂਦਾ। ਅਤੇ ਇੱਕ ਫਿਊਜ਼ ਹੁੰਦਾ ਬੱਚੇ। ਫਿਊਜ਼ ਕੀ ਹੁੰਦਾ, ਇੱਕ ਸੇਫਟੀ ਡਿਵਾਈਸ ਹੁੰਦਾ ਜਿਹੜਾ ਪ੍ਰੀਵੈਂਟ ਕਰਦਾ ਸਰਕਟ ਨੂੰ ਕਿ ਵੀ ਇਹਦੇ ਵਿੱਚ ਓਵਰਲੋਡ ਨਾ ਹੋ ਜਾਏ ਜਾਂ ਇਹਨੂੰ ਸ਼ਾਰਟ ਸਰਕਟ ਨਾ ਹੋ ਜਾਏ। ਤਾਂ ਇਹ ਤੁਹਾਡਾ ਚੈਪਟਰ ਸੀਗਾ, ਅਤੇ ਵੈਰੀ ਇੰਪੋਰਟੈਂਟ, ਇਹਨੂੰ ਕਰ ਲਿਓ। ਥੈਂਕ ਯੂ।